ਦੇਸ਼ ਦੇ ਵਿੱਚ ਕਿਸਾਨੀ ਅੰਦੋਲਨ ਇਸ ਵਕਤ ਆਪਣੇ ਚਰਮ ਤੇ ਹੈ ਤਾਂ ਇਸ ਵਿੱਚ ਕਈ ਸ਼ਖਸੀਅਤਾਂ ਵੱਲੋਂ ਆਪਣੇ ਵਿਚਾਰ ਰੱਖੇ ਜਾ ਰਹੇ ਨੇ ਤੇ ਇੱਕ ਨਾਮ ਹੈ ਮਨਦੀਪ ਸਿੰਘ ਮੰਨਾ ਜੋ ਕਿ ਅਕਸਰ ਸਮਾਜਿਕ ਮੁੱਦਿਆਂ ਤੇ ਗੱਲ ਕਰਦੇ ਨੇ ਲੇਕਿਨ ਅੱਜ ਕੱਲ ਚੁੱਪ ਨੇ। ਇਸ ਮੁੱਦੇ ਤੇ ਚੁੱਪੀ ਦਾ ਕਾਰਨ ਕੀ ਹੈ? ਅੱਜ ਅਸੀਂ ਮਨਦੀਪ ਸਿੰਘ ਮੰਨਾ ਹਰਾ ਕੋ ਪਹੁੰਚੇ ਹਾਂ ਤੇ ਉਹਨਾਂ ਨਾਲ ਗੱਲਬਾਤ ਕਰਾਂਗੇ ਕਿ ਆਖਿਰਕਾਰ ਕਾਰਨ ਕੀ ਹੈ। ਸਰਦਾਰ ਸਾਹਿਬ, ਬਹੁਤ ਮੁੱਦੇ ਤੁਸੀਂ ਚੁੱਕਦੇ ਹੋ ਪਰ ਇਸ ਮੁੱਦੇ ਤੇ ਚੁੱਪੀ ਦਾ ਕਾਰਨ ਕੀ ਹੈ? ਮੈਂ ਚੁੱਪ ਬਿਲਕੁਲ ਨਹੀਂ। ਮੇਰਾ ਫਰਜ਼ ਹੈ ਕਿ ਜੋ ਵੀ ਪੰਜਾਬ ਨਾਲ ਸਾਡੇ ਦੇਸ਼ ਨਾਲ ਜੁੜੇ ਮੁੱਦੇ ਨੇ ਜਿਹਦੇ ਵਿੱਚ ਵੀ ਲੋਕਾਂ ਦੇ ਵਿੱਚ ਧਿਆਨ 'ਚ ਲਿਆਉਣ ਦੀ ਕੋਸ਼ਿਸ਼ ਜ਼ਰੂਰਤ ਹੁੰਦੀ ਹੈ ਉਹਨਾਂ ਨੂੰ ਮੈਂ ਧਿਆਨ 'ਚ ਲਿਆਉਣ ਦੀ ਕੋਸ਼ਿਸ਼ ਕਰਦਾ ਔਰ ਜਿਹੜੇ ਮੇਰੇ ਲੈਵਲ ਦੇ ਮੁੱਦੇ ਨੇ ਉਹਨਾਂ ਨੂੰ ਮੈਂ ਹੱਲ ਕਰਾਉਣ ਦੀ ਕੋਸ਼ਿਸ਼ ਕਰਦਾ। ਚੁੱਪ ਮੈਂ ਬਿਲਕੁਲ ਨਹੀਂ ਹੈਗਾ। 2 ਵਾਰੀ ਮੈਂ ਕਿਸਾਨੀ ਇਸ ਸੰਘਰਸ਼ ਦੇ ਉੱਤੇ ਬੋਲਿਆ, 2-3 ਜਗ੍ਹਾ ਦੇ ਉੱਤੇ ਮੈਨੂੰ ਸੱਦਿਆ ਵੀ ਗਿਆ। ਮੈਂ ਬਲਾਚੌਰ ਗਿਆ ਸੀਗਾ, ਸ਼ੰਭੂ ਗਿਆ ਔਰ ਗੁਰਦਾਸਪੁਰ ਗਿਆ। ਉਸ ਤੋਂ ਬਾਅਦ ਕਿਤੇ ਨਾ ਕਿਤੇ ਗਰੇਜ ਕੀਤਾ ਜਾਂਦਾ ਹੈ ਕਿ ਮਤਲਬ ਪੋਲੀਟੀਸ਼ੀਅਨ ਆਉਣ ਨਾ। ਫਿਰ ਮੈਂ ਕਹਿੰਦਾ ਕਿ ਸਵਾਰੀ ਆਪਣੇ ਸਮਾਨ ਦੀ ਆਪ ਜ਼ਿੰਮੇਵਾਰ ਹੈ। ਜਿੱਦਾਂ ਉੱਥੇ ਗੁਰਦਾਸ ਮਾਨ ਵੀ ਗਏ ਤੇ ਜਿਸ ਤਰ੍ਹਾਂ ਉਹਨਾਂ ਨੂੰ ਬੇਇੱਜ਼ਤ ਕੀਤਾ ਗਿਆ। ਚਲੋ ਮੈਂ ਕੁਝ ਬੰਦੇ ਦੇ ਵਿੱਚ ਕਮੀਆਂ ਖੂਬੀਆਂ ਸਾਰੇ ਬੰਦਿਆਂ 'ਚ ਹੁੰਦੀਆਂ ਨੇ, ਉਹਨਾਂ ਦੀਆਂ ਜਿਹੜੀਆਂ ਖੂਬੀਆਂ ਵੀ ਦੇਖਣੀਆਂ ਚਾਹੀਦੀਆਂ। ਜਦੋਂ ਬੰਦਾ ਕੋਈ ਚੱਲ ਕੇ ਆ ਗਿਆ ਤੇ ਮੇਰਾ ਖਿਆਲ ਹੈ ਕਿ ਉਹਨੂੰ ਇਹ ਨਹੀਂ ਮੈਂ ਕਹਿੰਦਾ ਸਟੇਜ ਦੇ ਉੱਤੇ ਚੜ੍ਹਨ ਦਿੱਤਾ ਜਾਵੇ, ਉਹਨੂੰ ਲੈਕਚਰ ਕਰਨ ਦਿੱਤਾ ਜਾਵੇ, ਉਹਨੂੰ ਲੀਡਰ ਮੰਨਿਆ ਜਾਵੇ, ਪਰ ਜਦੋਂ ਬੰਦਾ ਤੁਹਾਡੇ ਵਿੱਚ ਚੱਲ ਕੇ ਆਇਆ ਉਹਦੀ ਹਾਜ਼ਰੀ ਜਿਹੜੀ ਉਹ ਜ਼ਰੂਰ ਪ੍ਰਵਾਨ ਕਰ ਲੈਣੀ ਚਾਹੀਦੀ ਹੈ। ਤੇ ਗੁਰੂ ਮਹਾਰਾਜ ਦੇ ਘਰ ਵੀ ਜਾਂਦੇ ਆ, ਮਹਾਰਾਜ ਨੂੰ ਆਪਾਂ ਨਤਮਸਤਕ ਹੁੰਨੇ, ਹਾਜ਼ਰੀ ਤੇ ਉੱਥੇ ਵੀ ਪ੍ਰਵਾਨ ਹੁੰਦੀ ਸਾਡੇ ਦਿਲ ਦੇ ਵਿੱਚ। ਇਸ ਕਰਕੇ ਮੈਂ ਫਿਰ ਕਹਿੰਦਾ ਕਿ ਸਵਾਰੀ ਆਪਣੇ ਸਮਾਨ ਦੀ ਆਪ ਜ਼ਿੰਮੇਵਾਰ ਹੈ। ਕਿਤੇ ਨਾ ਕਿਤੇ ਮਨ ਦੇ ਵਿੱਚ ਖਦਸ਼ੇ ਆਉਂਦੇ ਨੇ ਕਿ ਉੱਥੇ ਹਰ ਤਰ੍ਹਾਂ ਦੇ ਲੋਕ ਨੇ। ਜ਼ਰੂਰੀ ਨਹੀਂ ਕਿ ਮਨਦੀਪ ਸਿੰਘ ਮੰਨੇ ਨੂੰ ਸਾਰੇ ਹੀ ਪਸੰਦ ਕਰਦੇ ਹੋਣਗੇ, ਕੁਝ ਵੀ ਉੱਥੋਂ ਲੋਕ ਕੋਈ ਵਿਰੋਧ ਕਰ ਸਕਦੇ ਨੇ, ਕੋਈ ਕਿਸੇ ਤਰੀਕੇ ਦਾ ਵੀ ਜਿਹੜਾ ਵਿਵਹਾਰ ਕੀਤਾ ਜਾ ਸਕਦਾ। ਮੈਂ ਜਾਣ ਦੀ ਬਹੁਤ ਕੋਸ਼ਿਸ਼ ਕਰਦਾ। ਕਿਸਾਨ ਸਾਡਾ ਅੰਨਦਾਤਾ ਹੈ, ਕਿਸਾਨ ਦੇ ਕਰਕੇ ਸਾਡੇ ਘਰਾਂ ਦੇ ਵਿੱਚ ਜਿਹੜੀ ਰੋਟੀ ਉਹ ਪੱਕਦੀ ਹੈ। ਮੈਂ ਜੇ ਕਿਸਾਨ ਨਹੀਂ ਵੀ ਹੈਗਾ ਪਰ ਮੈਂ ਕਹਿੰਦਾ ਕਿ ਕਿਸਾਨ ਨਾਲ ਹਰ ਵਪਾਰ ਜੁੜਿਆ ਆ ਕਿ ਖੁਸ਼ਹਾਲੀ ਸਾਡੇ ਬਾਜ਼ਾਰਾਂ ਦੇ ਵਿੱਚ ਜਦੋਂ ਕਿਸਾਨ ਦੀ ਫਸਲ ਪੱਕਦੀ ਹੈ, ਬਾਜ਼ਾਰਾਂ ਦੇ ਵਿੱਚ ਰੌਣਕ ਉਦੋਂ ਆਉਂਦੀ ਹੈ। ਮੈਂ ਜਾਣਾ ਚਾਹੁੰਦਾ ਵੀ ਹਾਂ ਪਰ ਜਿਸ ਤਰੀਕੇ ਅੱਜ ਕੱਲ੍ਹ ਤੁਸੀਂ ਦੇਖੋ ਕਿ ਜੋ ਉਹਨੂੰ ਰੰਗਤ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਕੱਲ੍ਹ ਮੈਂ ਰਾਜੇਵਾਲ ਉਹਨਾਂ ਨੂੰ ਸੁਣਦਾ ਸੀਗਾ। ਅਸਲ ਦੇ ਵਿੱਚ ਤੇ ਇਹ ਜਿਹੜਾ ਸੰਘਰਸ਼ ਹੈ ਨਿਰੋਲ ਕਿਸਾਨ ਜਥੇਬੰਦੀਆਂ ਦਾ ਹੋਣਾ ਚਾਹੀਦਾ ਸੀ। ਮੇਰੇ ਵਰਗੇ ਤੁਹਾਡੇ ਵਰਗੇ ਜਾਣ ਤੇ ਉਹਨਾਂ ਨੂੰ ਕਹਿਣ ਤੁਹਾਨੂੰ ਸਮਰਥਨ ਹੈ। ਇੱਥੇ ਤੇ ਇਹ ਵੀ ਹਾਲਾਤ ਹੁੰਦੇ ਜਾ ਰਹੇ ਨੇ ਕਿ ਹਰ ਬੰਦਾ ਉੱਥੇ ਆਪਣੇ ਆਪ ਨੂੰ ਸਟੈਬਲਿਸ਼ ਕਰਨ ਦੀ ਕੋਸ਼ਿਸ਼ ਕਰ ਰਿਹਾ ਕਿ ਮੈਨੂੰ ਸਟੇਜ ਤੇ ਚੜ੍ਹਨ ਦਾ ਮੌਕਾ ਮਿਲ ਜੇ। ਮਨਦੀਪ ਸਿੰਘ ਮੰਨਾ ਕਦੀ ਉਸ ਤਬੀਅਤ ਦਾ ਮਾਲਕ ਨਹੀਂ ਰਿਹਾ ਕਿ ਕਿਸੇ ਦੇ ਮੋਢੇ ਰੱਖ ਕੇ ਬੰਦੂਕ ਚਲਾਵੇ। ਉਹਨਾਂ ਦਾ ਮੰਚ ਤਿਆਰ ਹੈ। ਉਹ ਲੜਾਈ ਨੂੰ ਉੱਥੋਂ ਤੱਕ ਲੈ ਕੇ ਗਏ ਨੇ, ਸਾਡੀ ਸੋਚ ਤੋਂ ਵੀ ਬਾਹਰ ਹੈ ਜਿੱਥੋਂ ਤੱਕ ਉਹ ਲੜਾਈ ਲੈ ਗਏ ਨੇ। ਪਰ ਜੋ ਹਾਲ ਕੀਤਾ ਜਾ ਰਿਹਾ, ਮੈਂ ਰਾਜੇਵਾਲ ਹੋਣਾ ਨੂੰ ਸੁਣਿਆ ਸੀਗਾ, ਉਗਰਾਹਾਂ ਜਿਹੜੇ ਨੇ ਉਹਨਾਂ ਨੂੰ ਮੈਂ ਸੁਣਦਾ ਵਾਂ, ਉਹ ਰੁਲਦੂ ਸਿੰਘ ਹੋਣੀ ਨੇ ਉਹਨਾਂ ਨੂੰ ਸੁਣਦਾ ਵਾਂ। ਕਿਸਾਨ ਜਥੇਬੰਦੀ ਨੂੰ ਲੈ ਕੇ ਉਹਨਾਂ ਦੇ ਵਿਚਾਰ ਬੜੇ ਵਧੀਆ ਨੇ। ਕੇਵਲ ਬਾਰਡਰ ਤੇ ਬਹਿਣਾ, ਉਹਦੇ ਨਾਲ ਉਹਨਾਂ ਨੂੰ ਜਿਹੜੀ ਮੰਚ ਤੇ ਅੰਦਰ ਰੂਮ 'ਚ ਜਾ ਕੇ ਕਮਰਿਆਂ 'ਚ ਜਾ ਕੇ ਲੜਾਈ ਲੜਨੀ ਪੈ ਰਹੀ ਆ, ਉਹ ਵੀ ਬੜਾ ਵੱਡਾ ਮਾਇਨਾ ਰੱਖਦੀ ਆ। ਕੱਲ੍ਹ ਉਹਨਾਂ ਨੇ ਬੋਲਿਆ ਸੀ ਸਟੇਜ ਤੋਂ ਕਿ ਇੱਥੇ ਉਹ ਝੰਡੇ ਲਾ ਦਿੱਤੇ ਗਏ ਨੇ, ਨਿਸ਼ਾਨ ਸਾਹਿਬ ਲਾ ਦਿੱਤੇ ਗਏ ਨੇ। ਮੇਰੀ ਸਾਰਿਆਂ ਨੂੰ ਇਹ ਬੇਨਤੀ ਹੈ ਕਿ ਕਿਸਾਨੀ ਸੰਘਰਸ਼ ਨੂੰ ਸਿਰਫ ਕਿਸਾਨੀ ਸੰਘਰਸ਼ ਰਹਿਣ ਦਿੱਤਾ ਜਾਵੇ। ਦੇਖੋ ਉੱਥੇ ਹਰ ਧਰਮ ਦੇ ਲੋਕ ਗਏ ਨੇ, ਚਾਹੇ ਉਹਦੇ 'ਚ ਮੁਸਲਮਾਨ ਨੇ, ਚਾਹੇ ਹਿੰਦੂ ਹੈ, ਚਾਹੇ ਈਸਾਈ ਹੈ, ਚਾਹੇ ਸਿੱਖ ਹੈ। ਕਈ ਇਹੋ ਜਿਹੇ ਲੋਕ ਕੱਟੜ ਹੁੰਦੇ ਨੇ, ਕੋਈ ਹਿੰਦੂ ਕਿਸੇ ਹੋਰ ਧਰਮ ਨੂੰ ਪਸੰਦ ਨਹੀਂ ਕਰਦਾ, ਕੋਈ ਮੁਸਲਮਾਨ। ਮੈਂ ਸਾਰੇ ਨਹੀਂ ਕਹਿੰਦਾ, ਮੈਂ ਸਾਰੇ ਧਰਮਾਂ ਦਾ ਸਤਿਕਾਰ ਕਰਦਾ। ਮੈਂ ਮੰਦਿਰ ਵੀ ਜਾਂਦਾ, ਗੁਰਦੁਆਰੇ ਵੀ ਜਾਂਦਾ, ਮਸਜਿਦ ਵੀ ਜਾਂਦਾ। ਪਰ ਕਈ ਲੋਕ ਜਿਹੜੇ ਹੁੰਦੇ ਨੇ ਉਹ ਆਪਣੇ ਧਰਮ ਤੋਂ ਬਗੈਰ ਹੋਰ ਕਿਸੇ ਪਾਸੇ ਜਾਂਦੇ ਹੀ ਨਹੀਂ। ਹੋਰ ਕਿਸੇ ਨਾ ਗੁਰਦੁਆਰੇ ਜਾਣਗੇ, ਗੁਰਦੁਆਰੇ ਨਾ ਮੰਦਿਰ 'ਚ ਜਾਣਗੇ। ਤੁਸੀਂ ਸੋਸ਼ਲ ਮੀਡੀਆ ਤੋਂ ਦੇਖਦੇ ਹੋ ਕਿੰਨੀ ਭੱਦੀ ਸ਼ਬਦਾਵਲੀ ਵਰਤੀ ਜਾਂਦੀ ਹੈ। ਉੱਥੇ ਹਰ ਤਰ੍ਹਾਂ ਦੇ ਲੋਕ ਪਹੁੰਚੇ ਨੇ। ਉਹ ਕੋਈ ਧਾਰਮਿਕ ਸਟੇਜ ਨਹੀਂ ਹੈਗੀ। ਉਹਨੂੰ ਕਿਸਾਨੀ ਰੰਗਤ ਹੀ ਚਾਹੀਦੀ ਸੀ, ਤਾਂ ਹੀ ਇਹ ਪ੍ਰੈਸ਼ਰ ਵਧਣਾ। ਕੇਂਦਰ ਤੇ ਆਪਣੀਆਂ ਚਾਲਾਂ ਚੱਲ ਹੀ ਰਿਹਾ ਔਰ ਉਹਨਾਂ ਦੇ ਵਿੱਚ ਇਹ ਨਾ ਮੰਨੋ ਕਿ ਸਾਰੇ ਕਿਸਾਨ ਨੇ। ਹਰ ਪਾਰਟੀ ਨੇ ਆਪਣੇ ਬੰਦੇ ਵੀ ਵਾੜੇ ਹੋਏ ਨੇ। ਜਿਹੜਾ ਬੰਦਾ ਸਰਕਾਰ ਚਲਾਉਂਦਾ, ਏਜੰਸੀਆਂ ਦੇ ਬੰਦੇ ਵੀ ਉਹਦੇ ਵਿੱਚ ਨੇ। ਅੱਜ ਕਿੱਦਾਂ ਮਤਲਬ ਦਿੱਤੇ ਜਾ ਰਹੇ ਨੇ ਬਿਆਨ ਕਿ 15 ਜਥੇਬੰਦੀਆਂ ਸਾਡੇ ਨਾਲ ਆ ਗਈਆਂ। ਕਿਤੇ ਨਾ ਕਿਤੇ ਇਹਨੂੰ ਜਿਹੜਾ ਤਾਰਪੀਡੋ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਇਹਦੇ ਵਿੱਚ ਵਖਰੇਵਾਂ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸੋ ਇਸ ਕਰਕੇ ਆਪਣੇ ਆਪ ਉੱਥੇ ਜਾਣਾ ਮੈਂ ਜਿਹੜਾ ਮੁਨਾਸਿਬ ਨਹੀਂ ਸਮਝਿਆ। ਮੈਂ ਜਾਊਂਗਾ ਇੱਕ ਅੱਧੇ ਦਿਨ ਦੇ ਵਿੱਚ, ਮੈਂ ਪੰਡਾਲ 'ਚ ਬਹਿ ਕੇ ਹਾਜ਼ਰੀ ਲਵਾ ਕੇ ਵੀ ਆਊਂਗਾ। ਪਰ ਉਹ ਜਿਹੜਾ ਸੰਘਰਸ਼ ਹੈ ਉਹ ਆਪਣੇ ਆਪ ਦੇ ਵਿੱਚ ਇੱਕ ਮਿਸਾਲ ਹੈ। ਜਿਹੜੇ ਲੋਕ ਉਹਦੀ ਅਗਵਾਈ ਕਰ ਰਹੇ ਨੇ ਉਹ ਆਪਣੇ ਆਪ ਦੇ ਵਿੱਚ ਇੱਕ ਮਿਸਾਲ ਹੈ ਕਿ ਮਨਦੀਪ ਸਿੰਘ ਮੰਨਾ ਉਹਨਾਂ ਸਾਹਮਣੇ ਕਿਤੇ ਕੁਝ ਹੈ ਹੀ ਨਹੀਂ। ਮਤਲਬ ਉਹ ਤੇ ਆਪ ਐਡੀ ਵਧੀਆ ਉਹਨਾਂ ਰੂਪ ਰੇਖਾ ਤਿਆਰ ਕੀਤੀ ਹੋਈ ਹੈ। ਜੇ ਮੈਂ ਜਾਵਾਂ ਉੱਥੇ ਜਾ ਕੇ 2 ਮਿੰਟ ਮੀਡੀਆ ਇਕੱਠਾ ਕਰਾਂ, ਬੋਲ ਕੇ ਆ ਜਾਵਾਂ ਸਟੇਜ ਤੇ, ਉਹ ਮੇਰੀ ਆਦਤ ਨਹੀਂ ਹੈਗੀ। ਬਿੱਲਾਂ ਬਾਰੇ ਕੀ ਕਹਿਣਾ ਚਾਹੋਗੇ? ਬਿੱਲਾਂ ਬਾਰੇ ਮੈਂ ਫਿਰ ਇਹ ਗੱਲ ਕਹਿਣਾ ਕਿ ਬਿੱਲਾਂ ਦੇ ਵਿੱਚ ਜਿੰਨਾ ਕੇਂਦਰ ਸਰਕਾਰ ਦੇ ਉੱਤੇ ਦਬਾਅ ਪਾਇਆ ਗਿਆ, ਜਿੰਨਾ ਕੇਂਦਰ ਦੇ ਉੱਤੇ ਦਬਾਅ ਬਣਾਇਆ ਗਿਆ। ਇੱਕ ਪਾਸੇ ਸਾਨੂੰ ਘੱਟ ਗਿਣਤੀ ਲੋਕ ਕਿਹਾ ਜਾਂਦਾ, ਛੋਟਾ ਜਿਹਾ ਸਾਡਾ ਸੂਬਾ ਹੈ ਪੰਜਾਬ, ਪਰ ਜੋ ਪ੍ਰੈਸ਼ਰ
ਜੋ ਕੇਂਦਰ ਦੇ ਉੱਤੇ ਪ੍ਰੈਸ਼ਰ ਪੰਜਾਬ ਨੇ ਬਿਲਟ ਕਰ ਦਿੱਤਾ। ਮੈਂ ਨਹੀਂ ਇਹਨੂੰ ਕੋਈ ਤੁਸੀਂ ਇਕੱਲਾ ਨਾ ਕਹੋ ਕਿ ਖਾਲਸਾ ਹੀ ਹੈ, ਮਤਲਬ ਉਹਦੇ ਵਿੱਚ ਹਰ ਤਰ੍ਹਾਂ ਦੇ ਲੋਕ ਗਏ, ਲੜਕੀਆਂ ਬੱਚੇ ਤੱਕ ਜਾ ਰਹੇ ਨੇ, ਹਰ ਧਰਮ ਦੇ ਲੋਕ ਜਾ ਰਹੇ ਨੇ। ਜਿਸ ਤਰੀਕੇ ਦਬਾਅ ਕੇਂਦਰ ਦੇ ਉੱਤੇ ਬਣਾਇਆ ਗਿਆ, ਜਿਸ ਤਰੀਕੇ ਉਹ ਅੜੀਅਲ ਸਰਕਾਰ ਦੇ ਉੱਤੇ ਦਬਾਅ, ਉਹਨਾਂ ਦਾ ਰਵੱਈਆ ਤੇ ਆਪਾਂ ਅੱਜ ਦਾ ਨਹੀਂ, ਜਦੋਂ ਦੇ ਮੋਦੀ ਸਾਹਿਬ 7-8 ਸਾਲ ਤੋਂ ਬਣੇ ਨੇ ਉਹ ਕਿਤੇ ਪੈਰ ਉਹ ਆਪਣਾ ਪਿੱਛੇ ਖਿੱਚਦੇ ਹੀ ਨਹੀਂ। ਜਿਸ ਤਰੀਕੇ ਦਬਾਅ ਬਣਾਇਆ ਗਿਆ ਉਹ ਲਾਮਿਸਾਲ ਹੈ। ਔਰ ਮੇਰੀ ਕੇਂਦਰ ਸਰਕਾਰ ਨੂੰ ਵੀ ਬੇਨਤੀ ਹੈ, ਜਿਹੜੇ ਉਹਦੇ ਵਿੱਚ ਇੱਥੋਂ ਪੰਜਾਬ ਦੇ ਨੁਮਾਇੰਦੇ ਨੇ, ਉਹ ਉਹਨਾਂ ਨੂੰ ਜਾ ਕੇ ਕਹਿਣ ਕਿ ਜੋ ਕਿਸਾਨਾਂ ਦੇ ਨਾਲ ਕੋਈ ਮਤਲਬ ਗੱਲਬਾਤ ਉਹਨਾਂ ਦੀ ਹੱਲ ਹੋ ਸਕਦੀ ਹੈ, ਬਿੱਲਾਂ ਦੇ ਵਿੱਚ ਜੋ ਵੀ ਇਹਨਾਂ ਦੀ ਮੰਗ ਹੈ ਪੂਰੀ ਹੋਣੀ ਚਾਹੀਦੀ ਹੈ। ਇਹਦੇ ਨਾਲ ਮੈਂ ਕਿਸਾਨ ਜਥੇਬੰਦੀਆਂ ਨੂੰ ਵੀ ਕਹਿਣਾ ਵਾਂ ਕਿ ਜੇ ਕੇਂਦਰ ਤੁਹਾਡੇ ਨਾਲ ਇਸ ਗੱਲ ਤੇ ਆਉਂਦਾ ਕਿ ਅਸੀਂ ਸਾਰੇ ਮੁੱਦੇ ਤੁਹਾਡੇ ਹੱਲ ਕਰਨ ਨੂੰ ਤਿਆਰ ਹਾਂ, ਇਹਦੇ 'ਚ ਕੋਈ ਅਮੈਂਡਮੈਂਟ ਕਰਨ ਨੂੰ ਤਿਆਰ ਹਾਂ, ਇਹਦੇ 'ਚ ਸੋਧਾਂ ਕਰਨ ਨੂੰ ਤਿਆਰ ਹਾਂ, ਤੇ ਫਿਰ ਕੋਈ ਇਹੋ ਜਿਹਾ ਹੱਲ ਕੱਢ ਲੈਣਾ ਚਾਹੀਦਾ ਕਿ ਜਦੋਂ ਦੋ ਪਾਸਿਓਂ ਅਗਲਾ ਤੁਹਾਡੇ ਕੋਲ ਨਿਉਕ ਹੀ ਆ ਗਿਆ। ਤੇ ਮੇਰਾ ਖਿਆਲ ਹੈ ਵੀ ਗੁਰੂ ਸਾਹਿਬ ਦੀ ਵੀ ਇਹੋ ਸਿੱਖਿਆ ਹੋਵੇ, ਪੱਗ ਅਗਲੇ ਦੀ ਵੀ ਬਚੀ ਰਵੇ ਤੇ ਸਾਡੀ ਵੀ ਬਚੀ ਰਵੇ। ਮਹਾਰਾਜਾ ਰਣਜੀਤ ਸਿੰਘ ਨੇ ਮਤਲਬ ਬਹੁਤ ਵੱਡੀਆਂ ਫਤਿਹ ਹਾਸਲ ਕੀਤੀਆਂ ਨੇ, ਕਿਤੇ ਨਾ ਕਿਤੇ ਉਹ ਵੀ ਜਿੱਤ ਕੇ ਰਾਜਿਆਂ ਨੂੰ ਛੱਡ ਦਿੰਦੇ ਹੁੰਦੇ ਸੀ ਵੀ ਚੱਲ ਭਾਈ ਜੇ ਤੁਸੀਂ ਈਨ ਮੰਨ ਗਏ ਹੋ ਜਾਂ ਸਾਡੀ ਗੱਲ ਮੰਨ ਲਈ ਹੈ। ਇਸ ਤਰੀਕੇ ਕੋਈ ਦਾ ਹੱਲ ਨਿਕਲਣਾ ਚਾਹੀਦਾ, ਨੁਕਸਾਨ ਨਹੀਂ ਹੋਣਾ ਚਾਹੀਦਾ, ਕਿਉਂਕਿ ਹੁਣ ਜੋ ਰੰਗਤ ਮੈਨੂੰ ਦਿਸ ਰਹੀ ਉਹ ਕਿਤੇ ਨਾ ਕਿਤੇ ਨੁਕਸਾਨ ਵਾਲੇ ਪਾਸੇ ਤੁਰ ਰਹੀ ਹੈ। ਉੱਥੇ ਕਈ ਮੇਰੇ ਵਰਗੇ ਜਾਂਦੇ ਨੇ ਜਿਨ੍ਹਾਂ ਨੂੰ ਕਿਸਾਨੀ ਦਾ ਕੁਝ ਨਹੀਂ ਪਤਾ, ਉਹਨਾਂ ਦੀਆਂ ਮੰਗਾਂ ਦਾ ਕੁਝ ਨਹੀਂ ਪਤਾ, ਉਹ ਮਾਰ ਦਿਆਂਗੇ, ਸੰਸਦ 'ਚ ਵੜ ਜਾਾਂਗੇ ਔਰ ਰਾਸ਼ਟਰਪਤੀ ਨੂੰ ਵੜ ਜਾਂਦੇ ਆ। ਯਾਰ ਅੱਗੇ ਤੁਸੀਂ ਦੇਖੋ ਕਿੰਨਾ ਵੱਡਾ ਨੁਕਸਾਨ ਹੋ ਸਕਦਾ। ਇਹ ਸੰਘਰਸ਼ ਸ਼ਾਂਤਮਈ ਰਹਿਣਾ ਚਾਹੀਦਾ। ਮੇਰੇ ਜਿੰਨਾ ਭੜਕਾਊ ਕੌਣ ਬੋਲ ਸਕਦਾ ਸੀ ਤੁਹਾਡੇ ਸਾਹਮਣੇ, ਮੈਂ ਤੇ ਕਦੀ ਕਿਸੇ ਦਾ ਲਿਹਾਜ਼ ਨਹੀਂ ਕਰਦਾ, ਤੇ ਉੱਥੇ ਜਾ ਕੇ ਆਪਣਾ ਲਾਹ ਕੱਢਾਂ ਜਾਂ ਆਪਣੀ ਮਤਲਬ ਕ੍ਰੈਡਿਟ ਲੈਣ ਦੀ ਕੋਸ਼ਿਸ਼ ਕਰਾਂ, ਉਹ ਅਗਲਿਆਂ ਦਾ ਸੰਘਰਸ਼ ਹੈ। ਜੋ ਰੂਪ ਰੇਖਾ ਦੇਣ, ਜੋ ਕਿਤੇ ਸਾਡੀ ਡਿਊਟੀ ਬਣਦੀ ਹੈ ਕਿਤੇ ਲਾਉਣ, ਤੇ ਆਪਾਂ ਨਿਭਾਉਣ ਨੂੰ ਤਿਆਰ ਆ, ਪਰ ਉਸ ਸੰਘਰਸ਼ ਨੂੰ ਜਿਹੜਾ ਸ਼ਾਂਤਮਈ ਤਰੀਕੇ ਦੇ ਨਾਲ ਹੀ, ਉਹ ਬੜੀ ਵੱਡੀ ਜਿੱਤ ਹੈ। ਮਤ ਸੋਚੋ ਕਿ ਬੈਰੀਅਰ ਤੋੜ ਕੇ ਸਾਡੀ ਬੜੀ ਵੱਡੀ ਜਿੱਤ ਹੈ। ਜਿਹੜੀ ਹਮਦਰਦੀ ਮਿਲ ਰਹੀ ਹੈ ਲੋਕਾਂ ਦੀ ਕਿ ਕਿਸਾਨ ਅੱਜ ਸੜਕ ਤੇ ਹੈ, ਬਜ਼ੁਰਗ ਅੱਜ ਟਰਾਲੀਆਂ ਥੱਲੇ ਸੋ ਰਿਹਾ, ਬਜ਼ੁਰਗ ਅੱਜ ਤਰਪੈਲ ਦੇ ਵਿੱਚ ਸੌ ਰਿਹਾ ਠੰਡ ਦੇ ਵਿੱਚ, ਜਿੱਥੇ ਲੋਕੀ ਆਪਣੇ ਕਮਰਿਆਂ ਦੇ ਵਿੱਚ ਹੀਟਰ ਲਾ ਕੇ ਔਰ ਦੋ ਰਜਾਈਆਂ ਲੈ ਕੇ ਸੌਂਦੇ ਨੇ ਤੇ ਹੋਰ ਲੋਕ ਸੜਕਾਂ ਤੇ ਸੌ ਰਹੇ ਨੇ। ਇਹ ਹਮਦਰਦੀ ਤੇ ਇਹ ਜਿੱਤ ਬਹੁਤ ਵੱਡੀ ਹੈ ਕਿ ਹਰ ਵਰਗ ਦੇ ਲੋਕ ਕਹਿ ਰਹੇ ਕਿ ਉਹਨਾਂ ਨਾਲ ਧੱਕਾ ਹੋ ਰਿਹਾ, ਇਹਨਾਂ ਨਾਲ ਖਲੋਣਾ ਚਾਹੀਦਾ। ਇਹ ਜਿੱਤ ਹੈ, ਨਾ ਕਿ ਕਿਸੇ ਨੂੰ ਮਾਰਨਾ, ਕਿਸੇ ਤੇ ਗੋਲੀ ਚਲਾ ਦੇਣੀ, ਕਿਸੇ ਤੇ ਵਾਟਰ ਕੈਨਨ ਦਾ ਪ੍ਰਯੋਗ ਕਰ ਲੈਣਾ, ਅੱਗੋਂ ਕੋ ਉਹਨਾਂ ਨੂੰ ਮਤਲਬ ਪੁੱਟ ਦੇਣਾ। ਇਹਨੂੰ ਮੈਂ ਜਿੱਤ ਨਹੀਂ ਮੰਨਦਾ। ਪਰ ਮੰਨਾ ਜੀ ਇਨਸਾਨੀਅਤ ਪ੍ਰਧਾਨ ਮੰਤਰੀ 'ਚ ਕਿਉਂ ਨਹੀਂ ਆ? ਜੇ ਤੁਹਾਨੂੰ ਨਜ਼ਰ ਆਉਂਦਾ ਤਾਂ ਪ੍ਰਧਾਨ ਮੰਤਰੀ ਸਾਹਿਬ ਨੂੰ ਜਾਂ ਬੀਜੇਪੀ ਦੀ ਸੈਂਟਰ ਮੰਤਰੀ ਮੰਡਲ ਨੂੰ ਵੀ ਨਜ਼ਰ ਆ ਰਿਹਾ ਕਿ ਉੱਥੇ ਸਰਦੀ 'ਚੋਂ ਸੁੱਤੇ ਹੋਏ ਨੇ। ਦੇਖੋ ਇੱਥੇ ਕਈ ਕਿਸਾਨ ਨੇਤਾ ਬੀਜੇਪੀ ਦੇ ਵੀ ਹੈਗੇ ਸੀ, ਮੈਂ ਜਾਣੀ ਨੂੰ ਵੀ ਮਤਲਬ ਸੁਣਦਾ ਸੀ, ਮੈਨੂੰ ਕਿਤੇ ਨਾ ਕਿਤੇ ਥੋੜਾ ਬਹੁਤਾ ਉਹਨਾਂ ਦੇ ਵਿੱਚ ਕਿਸਾਨੀ ਜਿਹੜੀ ਨਜ਼ਰ ਆਉਂਦੀ ਹੈ। ਇਹਦੇ ਨਾਲ ਉੱਥੇ ਦੇਸ਼ ਦੇ ਜਿਹੜੇ ਪ੍ਰਧਾਨ ਮੰਤਰੀ ਮੁਖੀ ਨੇ, ਸਾਡੇ ਜਿਹੜੇ ਇੱਥੋਂ ਦੇ ਲੋਕ ਬੀਜੇਪੀ ਦੇ ਲੀਡਰ ਨੇ, ਜਾਂ ਤੇ ਬੀਜੇਪੀ ਫਿਰ ਮੋਦੀ ਸਾਹਿਬ ਇਹਨਾਂ ਨੂੰ ਵੀ ਕੁਝ ਨਹੀਂ ਸਮਝਦੇ। ਮੋਦੀ ਸਾਹਿਬ ਨੂੰ ਸਾਰਾ ਕੁਝ ਦਿਖ ਰਿਹਾ। ਉੱਦਾਂ ਦੇ ਮੋਦੀ ਸਾਹਿਬ ਕਹਿੰਦੇ ਨੇ ਕਿ ਮੈਂ ਵੀ ਬੜਾ ਮਤਲਬ ਸਾਧ ਜਿਹਾ ਬੰਦਾ, ਮੈਂ ਪਹਾੜਾਂ ਦੇ ਵਿੱਚ ਚਲ ਗਿਆ, ਤੇ ਮੋਦੀ ਸਾਹਿਬ ਆਪ ਤੇ ਫਿਰ ਬੜੇ ਵੱਡੇ ਮਹਿਲਾਂ 'ਚ ਰਹਿਣ ਦੇ ਨੇ ਤੇ ਕਿਸਾਨ ਥੱਲੇ ਆ। ਤੇ ਜੇ ਮੋਦੀ ਸਾਹਿਬ ਨੂੰ ਇੰਨਾ ਦਰਦ ਹੈਗਾ ਤੇ 2 ਦਿਨ ਉਹ ਵੀ ਮਤਲਬ ਨੰਗੇ ਦੇ ਵਿੱਚ ਰਹਿਣ ਇਹਨਾਂ ਦੇ ਨਾਲ ਆ ਕੇ ਤੇ ਇਹਨਾਂ ਨੂੰ ਦੱਸਣ ਦਰਦ ਦਿਖ ਨਹੀਂ ਰਿਹਾ। ਦਰਦ ਜੇ ਦਿਖਦਾ ਵੀ ਹੈ ਤੇ ਜਿਹਦੀ ਇੰਨੀ ਵੱਡੀ ਹੈ ਮਨ ਦੇ ਵਿੱਚ ਵੀ ਨਹੀਂ, ਉਹਨਾਂ ਨੂੰ ਇਹ ਡਰ ਸਤਾਉਂਦਾ ਕਿ ਅੱਜ ਜੇ ਮੈਂ ਇਹਨਾਂ ਦੇ ਆਖੇ ਬਿੱਲ ਰੱਦ ਕਰ ਦੂੰਗਾ, ਕੱਲ ਨੂੰ ਜੰਮੂ ਕਸ਼ਮੀਰ ਵਾਲੇ ਵੀ ਤੁਰ ਪੈਣਗੇ, ਪਰਸੋਂ ਜਿਹੜੇ ਪੱਛਮੀ ਬੰਗਾਲ ਵਾਲੇ, ਕਲਕੱਤਾ ਵਾਲੇ, ਉਹ ਵੀ ਤੁਰ ਪੈਣਗੇ। ਕਿਤੇ ਨਾ ਕਿਤੇ ਕੇਂਦਰ ਦੇ ਮਨ 'ਚ ਭੈ ਹੈ, ਇਹ ਡਰ ਹੈ। ਪਰ ਮੇਰਾ ਇਹ ਕਹਿਣਾ ਹੈ ਕਿ ਜੇ ਤੁਸੀਂ ਦੇਸ਼ ਦੀ ਵਾਗਡੋਰ ਸੰਭਾਲੀ ਹੈ, ਤੁਸੀਂ ਸਾਰਿਆਂ ਦੇ ਮੁਖੀ ਹੋ, ਤੁਹਾਨੂੰ ਸੁਣ ਲੈਣਾ ਚਾਹੀਦਾ ਹੈ ਕਿ ਜੇ ਇਹਦੇ ਵਿੱਚ ਕੋਈ ਗਲਤ ਹੈ, ਇਹਨਾਂ ਨੂੰ ਰੱਦ ਕਰਨਾ ਮਸਲਾ ਹੱਲ ਹੁੰਦਾ ਤੇ ਐਡੀ ਵੱਡੀ ਕੋਈ ਗੱਲ ਨਹੀਂ। ਤੁਸੀਂ ਲੋਕਾਂ ਨੂੰ ਕਹਿ ਸਕਦੇ ਹੋ, ਤੁਹਾਡੇ ਬੰਦੇ ਲੋਕਾਂ ਨੂੰ ਸਮਝਾ ਸਕਦੇ ਨੇ ਕਿ ਯਾਰ ਇਹਦੇ ਵਿੱਚ ਆਹ ਗਲਤੀਆਂ ਹੋਈਆਂ ਨੇ, ਇਹਨੂੰ ਅਸੀਂ ਠੀਕ ਕਰਨ ਦੀ ਕੋਸ਼ਿਸ਼ ਕਰਨ ਲੱਗੇ, ਇਹਨੂੰ ਰੱਦ ਕਰਨ ਲੱਗੇ ਆ। ਪਰ ਫੋਕੀ ਆਕੜ ਤੇ ਫੋਕਾ ਹੰਕਾਰ ਹੈ, ਉਹ ਬੰਦੇ ਨੂੰ ਕੋਈ ਬਹੁਤਾ ਲੰਮਾ ਚਿਰ ਜਿਹੜਾ ਉਹ ਸਮਾਜ ਦੇ ਵਿੱਚ ਵਿਚਰਿਆ ਨਹੀਂ ਰਹਿਣ ਦੇ ਸਕਦਾ। ਤੁਸੀਂ ਬਿੱਲਾਂ ਦਾ ਵਿਰੋਧ ਕਰਦੇ ਹੋ ਜੀ? ਹਾਂਜੀ, ਜਿਹੜੀਆਂ ਕਿਸਾਨ ਦੀਆਂ ਜਾਇਜ਼ ਮੰਗਾਂ ਨੇ ਮੈਂ ਬਿਲਕੁਲ ਉਹਨਾਂ ਦੇ ਨਾਲ ਆ। ਕਿਸਾਨ ਦੀਆਂ ਕੀ ਦੇਸ਼ ਦੇ ਵਿੱਚ ਹੋਰ ਵੀ ਕਿਸੇ ਤਰ੍ਹਾਂ ਦੀਆਂ ਮੰਗਾਂ ਨੇ ਜਿਹਦੇ ਨਾਲ ਲੋਕ ਕੋ ਪੀੜਤ ਹੁੰਦੇ ਨੇ, ਕੋ ਉਹਨਾਂ ਨੂੰ ਸਫਰ ਕਰਨਾ ਪੈਂਦਾ, ਮੈਂ ਬਿਲਕੁਲ ਨਾਲ ਆ ਉਹਨਾਂ ਦੇ। ਪਰ ਤਰੀਕਾ ਇਹ ਹੈ ਕਿ ਜਿਸ ਤਰੀਕੇ ਕਿਸਾਨ ਜਥੇਬੰਦੀਆਂ ਕਰ ਰਹੇ ਨੇ, ਉੱਥੇ ਬਹੁਤ ਲੋਕ ਆਪਣੀ ਲੀਡਰੀ ਚਮਕਾਉਣ ਨੂੰ ਅਗਲੇ ਟਿਕਟਾਂ ਦੀ ਭਾਲ ਦੇ ਵਿੱਚ ਉੱਥੇ ਲੋਕ ਲੱਗੇ ਨੇ ਕਿ ਕਾਂਗਰਸੀ ਲੀਡਰਾਂ ਵੱਲੋਂ ਵੀ ਧਰਨੇ ਲਾਏ ਜਾ ਰਹੇ। ਉਹ ਤੇ ਮੈਂ ਸੁਣਦਾ ਸੀਗਾ ਜੀ, ਵੀਡੀਓ ਦੇ ਵਿੱਚ ਕਹਿ ਰਹੇ ਅੱਜ ਮੀਟ ਖਾਣਾ ਹੈ ਤੇ ਅੱਜ ਮਤਲਬ ਪਰੌਂਠੇ ਲੈ ਆਓ। ਤੇ ਇਹ ਕਿੱਡੀ ਕਿ ਕਿਸਾਨ ਜਿਹੜੇ ਐਮਪੀ ਉੱਥੇ ਐਮਪੀ ਉਹਨਾਂ ਦੇ ਹੱਕ 'ਚ ਧਰਨਾ ਦੇ ਰਹੇ ਨੇ, ਇਹ ਜਾਂ ਤੇ ਕਿਸਾਨਾਂ ਦੇ ਵਿੱਚ ਆ ਕੇ ਬਹਿ ਜਾਣ। ਕਿਤੇ ਨਾ ਕਿਤੇ ਉਹਨਾਂ ਦੇ ਮਨ ਦੇ ਵਿੱਚ ਡਰ ਆਉਂਦਾ। ਕਿਸਾਨ ਬੰਦੇ ਨਹੀਂ, ਰਵਨੀਤ ਨਹੀਂ ਬੰਦੇ ਤੇ ਥੱਲੇ ਪਾਓ ਨਾ ਪੰਡਾਲ 'ਚ। ਤੁਸੀਂ ਹੁਣ ਕਹਿੰਦੇ ਹੋ ਐਮਪੀਓ ਸਾਨੂੰ ਸਟੇਜ ਦੇ ਉੱਤੇ ਵੀ ਚੜਾਓ ਤੇ ਅਸੀਂ ਬੋਲਣਾ ਹੈ, ਨਹੀਂ, ਇਹ ਅਗਲਿਆਂ ਦੀ ਸਟੇਜ ਹੈ। ਜੇ ਤੁਹਾਡੇ 'ਚ ਹਿੰਮਤ ਹੈ ਤੇ ਤੁਸੀਂ ਆਪਣਾ ਇਕੱਠ ਕਰੋ, ਤੁਹਾਨੂੰ ਪਤਾ ਲੱਗੇ ਵੀ ਇਕੱਠ ਹੁੰਦਾ ਕਿਸ ਤਰ੍ਹਾਂ ਹੈ, ਲੋਕ ਆਉਂਦੇ ਕਿਸ ਤਰ੍ਹਾਂ ਨੇ, ਤੇ ਫਿਰ ਤੁਸੀਂ ਆਪਣੀ ਸਟੇਜ ਦੇ ਉੱਤੇ ਬੋਲੋ।
ਤੁਸੀਂ ਬਣੀ ਬਣਾਈ ਸਟੇਜ ਕੋ ਮੰਗਦੇ ਹੋ, ਉੱਥੇ ਜਾ ਕੇ ਕੀ ਡਰਾਮਾ ਹੀ ਹੈ ਨਾ, ਜੰਤਰ ਮੰਤਰ ਦੇ ਬਾਹਰ ਉੱਥੇ ਰਜਾਈਆਂ ਰੱਖੀਆਂ ਨੇ, ਸਾਰਾ ਕੁਝ ਰੱਖਿਆ, ਕਦੀ ਤਰਪੈਲ ਵਾਲੀ, ਡਰਾਮਾ ਨਹੀਂ ਤੇ ਹੋਰ ਕੀ ਹੈ। ਚਿਕਨ ਆ ਰਿਹਾ ਸਵੇਰੇ, ਤੁਸੀਂ ਪਰੌਂਠੇ ਖਾ ਰਹੇ ਹੋ, ਇਹ ਤੇ ਉਹ ਦੂਜਾ ਕਿਸਾਨਾਂ ਦਾ ਜਿਹੜਾ ਮੁੱਦਾ ਹੈ ਉਹਨੂੰ ਤੁਸੀਂ ਭੜਕਾਉਣ ਦੀ ਕੋਸ਼ਿਸ਼ ਕਰਦੇ ਹੋ ਕਿ ਕਿਸਾਨ ਹੋਟਲਾਂ 'ਚ ਸੁੱਤੇ ਨੇ, ਫਲਾਣੀ ਥਾਂ ਤੇ ਸੁੱਤਾ ਹੈ। ਇਹਨਾਂ ਚੀਜ਼ਾਂ ਦੇ ਉੱਤੇ ਤੁਹਾਡੇ ਸਵਾਲ ਕਰਨੇ ਨਹੀਂ ਬਣਦੇ। ਕੱਲ ਮੇਰਾ ਖਿਆਲ ਕਾਂਗਰਸ ਨੇ ਵੀ ਸ਼ੰਭੂ ਬੈਰੀਅਰ ਦੇ ਉੱਤੇ ਰੈਲੀ ਕੀਤੀ ਸੀ। ਤੁਸੀਂ ਮੈਨੂੰ ਇਹ ਦੱਸੋ ਕਿ ਕੀ ਪੰਜਾਬ ਦੇ ਵਿੱਚ ਕਾਨੂੰਨ ਲਾਗੂ ਨਹੀਂ ਹੋਏ? ਕਿਹੜੀ ਦੁਨੀਆ ਦੀ ਤਾਕਤ ਹੈ ਕਿ ਦੇਸ਼ ਦੇ ਵਿੱਚ ਇੱਕ ਕਾਨੂੰਨ ਜਿਹੜਾ ਲਾਗੂ ਹੋ ਗਿਆ ਤੇ ਪੰਜਾਬ 'ਚ ਲਾਗੂ ਨੇ? ਹਰ ਬੰਦਾ ਆਪਣੀ ਚਮੜੀ ਬਚਾ ਰਿਹਾ। ਕੱਲ ਇੱਥੇ ਸੁਖਬੀਰ ਬਾਦਲ ਧਰਨਾ ਦੇ ਰਿਹਾ ਸੀ। ਮੈਂ ਇਹਨਾਂ ਲੀਡਰਾਂ ਦਾ ਯਾਰ ਜ਼ਮੀਰ ਹੀ ਕੋਈ ਨਹੀਂ ਹੈ ਕਿ ਪਹਿਲਾਂ ਤੁਸੀਂ ਤਿੰਨੇ ਜਣੇ, ਸੁਖਬੀਰ ਬਾਦਲ, ਹਰਸਿਮਰਤ ਬਾਦਲ, ਵੱਡੇ ਬਾਦਲ ਸਾਹਿਬ, ਇਹ ਤੁਸੀਂ ਕਿਸਾਨ ਬਿੱਲ ਦੀਆਂ ਖੂਬੀਆਂ ਗਣਾਉਂਦੇ ਨਹੀਂ, ਦੱਸਦੇ ਸੀ ਕਿ ਆ ਵੀਡੀਓ ਤੁਹਾਡੇ ਵਿੱਚ ਇੱਥੇ ਆਈਆਂ ਹੋਈਆਂ ਨੇ ਤੇ ਸਾਰਾ ਕੁਝ ਦਿਖਦਾ। ਮੈਨੂੰ ਤੇ ਇਹ ਨਹੀਂ ਸਮਝ ਆਉਂਦੀ ਕਿ ਪਿੱਪਲੀ ਦੇ ਪੱਤਿਆ ਹੋਏ ਕਾਹਦੀ ਖੜ ਲਾਈ ਹੋਈ ਆ। ਇਹਨਾਂ ਲੀਡਰਾਂ ਨੂੰ ਇਹ ਪੁੱਛਦੇ ਜ਼ਮੀਰ ਮਾਰਨ ਦੀ ਦਵਾਈ ਕਿਹੜੇ ਵੈਦ ਤੋਂ ਮੰਗਾਈ ਆ? ਵੀ ਇਹਨਾਂ ਦਾ ਜ਼ਮੀਰ ਇੱਕਦਮ ਹੀ ਡਾਵਾਡੋਲ ਹੋ ਜਾਂਦਾ, ਇੱਕਦਮ ਹੀ ਇਹ ਯੂ ਟਰਨ ਲੈ ਜਾਂਦੇ ਨੇ। ਸਿਰਫ ਤੇ ਸਿਰਫ ਡਰਾਮੇ ਕਰ ਰਹੇ ਆ। ਜੇ ਕਿਸਾਨ ਉਹ ਲੱਗੇ ਨੇ, ਬਾਕੀ ਸਾਰੇ ਮੇਰੇ ਵਰਗੇ ਆਪਣੀ ਉੱਥੇ ਲੀਡਰੀ ਚਮਕਾਉਣ ਨੂੰ ਜਾਂਦੇ ਨੇ। ਕੋਈ ਨਹੀਂ ਇੱਥੇ। ਤੁਸੀਂ ਦੇਖੋ, ਮੈਨੂੰ ਤੁਸੀਂ ਕਹਿੰਦੇ ਹੋ ਮੈਂ ਬਦੋ ਬਦੀ ਉਹਨਾਂ ਦੀ ਸਟੇਜ ਦੇ ਉੱਤੇ ਜਾ ਕੇ ਚੜ ਜਾਵਾਂ, ਮੈਂ ਬਦੋ ਬਦੀ ਉਸ ਮਸਲੇ ਦੇ ਵਿੱਚ, ਮੈਂ ਕੋਈ ਸਿੰਗਰ ਜਾਂ ਮੈਂ ਕੋਈ ਇਦਾਂ ਦਾ ਬੰਦਾ ਤਾਂ ਨਹੀਂ ਹੈਗਾ। ਮੈਂ ਆਪਣੇ ਵਿਊ ਵਧਾਉਣੇ ਨੇ ਫੇਸਬੁੱਕ ਦੇ ਉੱਤੇ ਤੇ ਬੱਲੇ ਬੱਲੇ ਕਰਾਉਣੀ ਤੇ ਗੂਠੇ ਹੀ ਮੈਨੂੰ ਥੰਬਸ ਅਪ ਹੀ ਚਾਹੀਦੇ ਨੇ। ਇਹੋ ਜੀ ਕੋਈ ਨੀਤ ਨਹੀਂ ਹੈਗੀ। ਪਰ ਮੈਂ ਫਿਰ ਕਹਿਣਾ ਕਿ ਸੰਘਰਸ਼ ਸ਼ਾਂਤਮਈ ਚੱਲ ਰਿਹਾ, ਉਹਨੂੰ ਚੱਲਣ ਦੇਣਾ ਚਾਹੀਦਾ, ਉਹਦੇ ਵਿੱਚ ਖਰਾਬੀ ਨਹੀਂ ਕਰਨੀ ਚਾਹੀਦੀ। ਔਰ ਜਿੱਥੇ ਕਿਤੇ ਸਾਡੀ ਲੋੜ ਹੈ, ਮੈਂ ਕੱਲ ਪਰਸੋਂ ਜਾਊਂਗਾ, ਮੈਂ ਰਾਜੇਵਾਲ ਜੀ ਜਿੱਥੇ ਨੇ ਜਾਂ ਜਿੱਥੇ ਜਿਹੜੇ ਵੀ ਕਿਸਾਨ ਜਥੇਬੰਦੀਆਂ ਦੇ ਆਗੂ ਨੇ 30 ਦੇ 30, ਮੈਨੂੰ ਸਟੇਜ ਤੇ ਜਾਣ ਦੀ ਲੋੜ ਨਹੀਂ ਗੀ। ਉਹਨਾਂ ਨੂੰ ਜ਼ਰੂਰ ਮੈਂ ਹੱਥ ਜੋੜ ਕੇ ਬੇਨਤੀ ਕਰੂੰਗਾ, ਪੁੱਛੂੰਗਾ ਕਿ ਜਿੱਥੇ ਕਿਤੇ ਸਾਡੀ ਸੇਵਾ ਦੀ ਲੋੜ ਹੈ ਜੀ, ਸਾਨੂੰ ਵੀ ਦੱਸੋ, ਅਸੀਂ ਤੁਹਾਡੇ ਨਾਲ ਖਲੋਤੇ ਹਾਂ। ਕਿਤੇ ਨਾ ਕਿਤੇ ਬੜੀ ਵੱਡੀ ਜਿਹੜੀ ਪੰਜਾਬ ਦੇ ਲੇਖੇ ਜਿੱਤ ਲੱਗਣ ਵਾਲੀ ਹੈ। ਮੈਂ ਤਾਂ ਜਿੱਤੇ ਹੁਣ ਵੀ ਸਮਝਦਾ ਕਿ ਕੇਂਦਰ ਤੁਹਾਡੇ ਨਾਲ ਇੰਨੀਆਂ ਮੀਟਿੰਗਸ ਕਰ ਚੁੱਕਾ ਕਿ ਆਓ ਕੀ ਤੁਸੀਂ ਇਹਦੇ ਵਿੱਚ ਸੁਧਾਰ ਕਰਨਾ ਹੈ, ਕੀ ਤੁਸੀਂ ਚਾਹੁੰਦੇ ਹੋ। ਤੇ ਇਹ ਬੜੀ ਵੱਡੀ ਪੰਜਾਬ ਦੀ ਜਿੱਤ ਹੈ ਔਰ ਇਹਨਾਂ ਕਿਸਾਨ ਆਗੂਆਂ ਦੀ ਜਿੱਤ ਹੈ ਕਿ ਕੇਂਦਰ ਨੂੰ ਪਹਿਲੀ ਵਾਰੀ ਝੁਕਾਇਆ। ਮੋਦੀ GST ਤੇ ਝੁਕਿਆ, ਉਦੋਂ ਵਪਾਰੀਆਂ ਇੰਨੇ ਧਰਨੇ ਦਿੱਤੇ ਸੀਗੇ। ਮੋਦੀ ਨੋਟਬੰਦੀ ਤੇ ਝੁਕਿਆ, ਸਾਰੀ ਦੁਨੀਆ ਸੜਕਾਂ ਤੇ ਆ ਗਈ ਸੀਗੀ। CAA ਦੇ ਉੱਤੇ ਝੁਕਿਆ। ਇਹ ਜੇ ਝੁਕਿਆ ਤੇ ਇਹਦੇ ਉੱਤੇ ਝੁਕਿਆ। ਇਹਦੇ ਨਾਲ ਮੈਂ ਵਪਾਰੀਆਂ ਨੂੰ ਵੀ ਇਹ ਕਹਿਣਾ ਔਰ ਕਿਸਾਨ ਜਥੇਬੰਦੀਆਂ ਨੂੰ ਵੀ ਇਹ ਕਹਿਣਾ ਕਿ ਜਦੋਂ ਸ਼ਹਿਰਾਂ ਦੇ ਵਿੱਚ GST ਤੇ ਧਰਨੇ ਲੱਗੇ ਸੀ ਤੇ ਬੜੀ ਦਵਾਈ ਦਿੱਤੀ ਗਈ ਸੀ ਕਿ ਕਿਸਾਨ ਜਥੇਬੰਦੀ ਉਹ ਸਾਡੇ ਨਾਲ ਆ ਜਾਓ, ਇੱਕ ਦੂਜੇ ਦਾ ਸਾਥ ਦੇਣਾ ਚਾਹੀਦਾ। ਉਦੋਂ ਮਤਲਬ ਇਹਨਾਂ ਬਹੁਤ ਤਰਲੇ ਕੱਢਦੇ ਰਹੇ ਕਿ ਤੁਸੀਂ ਵੀ ਆ ਜਾਓ। ਪਰ ਮੈਂ ਅੱਜ ਵਪਾਰੀਆਂ ਨੂੰ ਕਹਿਣਾ ਕਿ ਤੁਸੀਂ ਵੀ ਨਾਲ ਖੜੇ ਹੋ। ਜਿੱਥੇ ਕਿਤੇ ਉਹਨਾਂ ਦੀ ਕਾਲ ਆਉਂਦੀ ਹੈ ਜਾਂ ਜਿੱਥੇ ਕਿਤੇ ਇੱਕ ਦਾ ਦਿਨ ਇਕੱਠ ਕਰੋ, ਮੈਂ ਨਹੀਂ ਕਹਿੰਦਾ ਤੁਸੀਂ ਪੱਕਾ ਆਪਣਾ ਕੰਮ ਬੰਦ ਕਰੋ, ਪਰ ਜਿੱਥੇ ਵੀ ਉਹਨਾਂ ਦੀ ਕਾਲ ਆਉਂਦੀ ਉਸ ਦਿਨ ਉਹਨਾਂ ਦਾ ਸਮਰਥਨ ਕਰੋ। ਪਹਿਲਾਂ ਤੁਹਾਡੇ ਤੇ ਉਹਨੇ ਥੋਪ ਦਿੱਤਾ GST ਤੇ ਉਹ ਨਹੀਂ ਬੋਲੇ ਤੇ ਹੁਣ ਉਹਨਾਂ ਤੇ ਲੱਗਾ। ਜੇ ਤੁਸੀਂ ਨਾ ਬੋਲੇ ਤੇ ਇਸ ਤਰ੍ਹਾਂ ਹੀ ਪਾੜੋ ਤੇ ਰਾਜ ਕਰੋ। ਹੁਣ ਕਿਸਾਨਾਂ ਨੂੰ ਬੁਲਾਇਆ ਨਾ ਪਿੱਛੇ, ਜੇ ਮੇਰੇ ਖਿਆਲ 13-14 ਬੰਦੇ ਸੱਦ ਲਏ, ਉਹ ਕੇਂਦਰ ਹੈ ਜਿੱਥੋਂ ਸਾਡੀ ਸੋਚ, ਮੈਂ ਫਿਰ ਬਾਰ-ਬਾਰ ਇੱਧਰ ਆਉਣਾ ਕਿ ਜਿੱਥੇ ਸਾਡੇ ਲੋਕਾਂ ਦੀ ਸੋਚ ਖਤਮ ਹੋ ਜਾਂਦੀ ਹੈ, ਉੱਥੋਂ ਨਾ ਲੋਕਾਂ ਦੀ ਸੋਚ ਸ਼ੁਰੂ ਹੁੰਦੀ ਹੈ ਵੀ ਕਿਹਨੂੰ ਕਿਸ ਤਰ੍ਹਾਂ ਲੜਾਉਣਾ, ਕਿੱਦਾਂ ਉੱਥੇ ਗਲਤ ਬੰਦੇ ਭੇਜਣੇ ਨੇ। ਆਪਣੇ ਬੰਦਿਆਂ ਨੂੰ ਪਹਿਲਾਂ ਬੋਲ ਕੇ ਤੇ 4 ਗਾਲਾਂ ਮੋਦੀ ਨੂੰ ਕਢਾਉਣੀਆਂ ਤੇ ਅਮਿਤ ਸ਼ਾਹ ਨੂੰ ਕਢਾਉਣੀਆਂ ਤੇ ਉਹੀ ਬੰਦੇ ਉਹਨਾਂ ਦੇ ਮੁੜ ਕੇ ਨਿਕਲ ਆਉਣੇ ਨੇ ਇਹਨੂੰ ਖਰਾਬ ਕਰਨ ਲਈ। ਇਹਨਾਂ ਚਾਲਾਂ ਤੋਂ ਬਚਣਾ ਚਾਹੀਦਾ। ਔਰ ਜਿੰਨੇ ਵੀ ਲੋਕ ਉੱਥੇ ਪਹੁੰਚੇ ਨੇ, ਚਾਹੇ ਉਹ ਸਮਾਜ ਸੇਵਕ ਨੇ, ਚਾਹੇ ਉਹ ਸਿੰਗਰ ਨੇ, ਚਾਹੇ ਉਹ ਧਾਰਮਿਕ ਲੋਕ ਨੇ, ਉਹਨਾਂ ਨੂੰ ਜਿਹੜੀ ਅਗਵਾਈ ਹੈ ਉਹ ਕਿਸਾਨ ਜਥੇਬੰਦੀਆਂ ਦੀ ਜਿਹੜੀ ਕਮੇਟੀ ਹੈ ਉਹਦੇ ਕੋਲੋਂ ਲੈਣੀ ਚਾਹੀਦੀ ਹੈ ਕਿ ਤੁਸੀਂ ਦੱਸੋ ਕੀ ਕਰਨਾ ਹੈ, ਤੁਸੀਂ ਦੱਸੋ ਕਿੱਥੇ ਬਹਿਣਾ, ਤੁਸੀਂ ਦੱਸੋ ਤੁਹਾਡੀ ਰਣਨੀਤੀ ਕੀ, ਬੋਲਣਾ ਕੀ ਹੈ, ਤੇ ਫਿਰ ਇਹ ਸੰਘਰਸ਼ ਜਿੱਤਿਆ ਜਾਣਾ। ਕੱਲ ਦੀ ਮੈਂ ਲੜਾਈ ਵੇਖਦਾ ਸੀਗਾ, ਉਹ ਧਾਰਮਿਕ ਜਥੇਬੰਦੀਆਂ ਵਾਲੇ ਉਹ ਰਾਜੇਵਾਲ ਦੇ ਬਾਰੇ ਬੋਲੀ ਜਾਂਦੇ ਸੀ। ਕਿਤੇ ਨਾ ਕਿਤੇ ਕੋਈ ਪਲਾਨ ਕਰ ਰਿਹਾ ਇਹਦੇ ਵਿੱਚ ਕਿ ਇਹਨਾਂ ਨੂੰ ਬਹੁਤਾ ਚਿਹਰੇ ਚੱਲ ਨਾ ਸਕਣ, ਇਹਨਾਂ ਦੇ ਵਿੱਚ ਵਖਰੇਵਾਂ ਪੈਦਾ ਹੋਵੇ, ਇੱਥੇ ਹੀ ਲੜਾਈ ਝਗੜਾ ਹੋ ਜਾਏ ਤੇ ਉਹਦਾ ਫਾਇਦਾ ਜਿਹੜਾ ਸਰਕਾਰ ਚੁੱਕੇ ਤੇ ਇਹਨਾਂ ਨੂੰ ਤਿੱਤਰ ਬਿੱਤਰ ਕਰ ਦਿੱਤਾ ਜਾਵੇ। ਇਹ ਕੋਈ ਚੰਗੇ ਸੰਕੇਤ ਨਹੀਂ ਆ ਰਹੇ। ਇਹ ਬੜੀ ਵੱਡੀ, ਮੈਨੂੰ ਕੱਲ ਹਾਰ ਤੇ ਬੜੀ ਵੱਡੀ, ਮੇਰਾ ਦਿਲ ਵੀ ਦੁਖਿਆ ਸੀਗਾ, ਮੇਰਾ ਮਨ ਪਰੇਸ਼ਾਨ ਸੀਗਾ ਕਿ ਯਾਰ ਐਡੀ ਵੱਡੀ ਜਿੱਤ ਜਿੱਤਣ ਤੋਂ ਬਾਅਦ ਸਾਰਾ ਪੰਜਾਬ ਤੁਹਾਡੇ ਮੂੰਹ ਵੱਲ ਵੇਖ ਰਿਹਾ ਕਿ ਤੁਸੀਂ ਇਹ ਜਿੱਤ ਕਰਕੇ ਆਓਗੇ। ਇਸ ਤੋਂ ਬਾਅਦ ਪੰਜਾਬ ਨੂੰ ਕੋਈ ਨਵੀਂ ਰਾਜਨੀਤਿਕ ਰੂਪ ਰੇਖਾ ਦਿਓਗੇ ਜਿਹੜੀ ਪੰਜਾਬ ਮੰਗ ਰਿਹਾ ਕਿ ਤੁਸੀਂ ਦੱਸੋਗੇ। ਮੈਂ ਨਹੀਂ ਕਹਿੰਦਾ, ਮੈਂ ਕਿਸਾਨਾਂ ਨਾਲ ਗੱਲ ਕੀਤੀ ਸੀ ਕਿ ਤੁਸੀਂ ਵੀ ਰਾਜਨੀਤਿਕ ਪਾਰਟੀ ਖੜੀ ਕਰ ਲਓ। ਤੁਸੀਂ ਨਹੀਂ ਵੀ ਕਰਨੀ, ਤੁਸੀਂ ਨਹੀਂ ਵੀ ਰਾਜਨੀਤਿਕ ਰੰਗਨ ਦੇਣੀ, ਤੁਸੀਂ ਪੰਜਾਬ ਦੇ ਲੋਕਾਂ ਨੂੰ ਇੱਕ ਸੇਧ ਤੇ ਦਿਓਗੇ ਕਿ ਫਲਾਣੇ ਬੰਦੇ ਨੇ ਯਾਰ, ਇਹਨਾਂ ਨੂੰ ਚੁਣ ਲਓ, ਇਹਨਾਂ ਦੇ ਨਾਲ ਖਲੋ ਜਾਓ। ਪੰਜਾਬ ਦੀ ਅਗਲੀ ਮੰਗ ਇਹ ਹੈ। ਤੇ ਜੇ ਉੱਥੇ ਹੀ ਆਪਾਂ ਖਿੱਲਰ ਪੁੱਲਰ ਗਏ, ਇੱਕ ਦੂਜੇ ਨਾਲ ਜੁੰਡੀ ਹੋ ਗਏ, ਲੜ ਪਏ, ਤੇ ਫਿਰ ਮੇਰਾ ਖਿਆਲ ਹੈ ਕਿ ਇਸ ਤੋਂ ਬਾਅਦ ਪੰਜਾਬ ਨੂੰ ਮੌਕਾ ਨਹੀਂ ਮਿਲਣਾ। ਸ਼ੁਕਰੀਆ ਜੀ। ਤੋ ਵੈਸੇ ਹੀ ਸਰਦਾਰ ਮਨਦੀਪ ਸਿੰਘ ਮੰਨਾ ਜਿਨ੍ਹਾਂ ਨਾਲ ਅਸੀਂ ਅੱਜ ਚਰਚਾ ਕੀਤੀ ਹੈ ਤੇ ਉਹਨਾਂ ਨੇ ਆਖਿਆ ਹੈ ਕਿ ਜਿਹੜੀ ਉਹਨਾਂ ਦੀ ਚੁੱਪੀ ਸੀ ਉਹਦਾ ਕਾਰਨ ਕੀ ਹੈ। ਕਿਸਾਨੀ ਸੰਘਰਸ਼ ਨੂੰ ਸਪੋਰਟ ਕਰਦੇ ਨੇ, ਲੇਕਿਨ ਉਹਨਾਂ ਦਾ ਆਖਣਾ ਹੈ ਕਿ ਇਹ ਇੱਕ ਸਿਆਸੀ ਮੰਚ ਨਹੀਂ ਹੈ, ਇਹ ਇੱਕ ਉਹ ਮੁੱਦਾ ਹੈ ਜਿਹਨੂੰ ਕਿ ਕਿਸਾਨ ਖੁਦ ਹੈਂਡਲ ਕਰ ਰਹੇ ਨੇ ਤੇ ਉਹ ਉਹਨਾਂ ਦਾ ਸਮਰਥਨ ਕਰਦੇ ਨੇ ਤੇ ਜਲਦ ਹੀ ਉਹ ਕਿਸਾਨਾਂ ਦੇ ਵਿੱਚ ਵੀ ਨਜ਼ਰ ਆਉਣਗੇ। ਕੈਮਰਾਮੈਨ ਅਕਸ਼ੇ ਦੇ ਨਾਲ ਸੁਮਿਤ ਖੰਨਾ, ਜਗਬਾਨੀ TV, ਅੰਮ੍ਰਿਤਸਰ।